टिम जी स्वागत कर रहे हो। सत श्री अकाल टिम। सत श्री अकाल जी सैनी साहब, थैंक यू वेरी मच जी। और ਤੁਸੀਂ ਜਿੱਥੇ ਬਾਕੀ ਕਾਫੀ ਐਕਟਿਵ ਰੋਲ ਪਲੇ ਕਰ ਰਹੇ ਹੋ ਕੈਨੇਡੀਅਨ ਪੋਲਿਟਿਕਸ 'ਚ, ਮੈਂ ਚਾਹਾਂਗਾ ਕਿ ਇਹ ਇੱਕ ਬੜੀ ਵੱਡੀ ਡਿਮਾਂਡ ਹੈ ਆਪਣੇ ਭਾਈਚਾਰੇ ਦੀ। और एक कुछ लोग कह रहे हैं कि मोहाली तो फ्लाइट शुरू होनी चाहिए है, लेकिन फ्लाई अमृतसर कई होर ग्रुप्स ने ਜਿਹੜੇ लॉबी कर रहे हैं कि नहीं अमृतसर तो शुरू होनी चाहिए है, पर फ्लाइट शुरू होनी चाहिए है। ਤੁਸੀਂ ਵੀ ਇੱਕ ਲੈਟਰ ਲਿਖੀ ਹੈ, ਦਿਓ ਪਲੀਜ਼ ਜਾਣਕਾਰੀ। ਦੇਖੋ ਜੀ, ਅਸੀਂ ਪਹਿਲਾਂ ਤਾਂ ਨਾ ਕੁਆਇਟ ਕੰਸਰਨਡ ਵੀ ਜਿਹੜੇ ਲਿਬਰਲ ਗਵਰਨਮੈਂਟ ਨੇ ਹੁਣ ਜਿਹੜੇ ਅਗਰੀਮੈਂਟ ਕੀਤੀ ਇੰਡੀਆ ਦੇ ਨਾਲ, ਉਹਨਾਂ ਨੇ ਹੋਰ ਸਟੇਟਸ ਹੋਰ ਸ਼ਹਿਰ ਇੰਡੀਆ ਦੇ ਵਿੱਚ ਦੇ ਵਾਸਤੇ ਅਗਰੀਮੈਂਟ ਕਰ ਲਈ ਵੀ ਉੱਥੇ ਫਲਾਈਟਾਂ ਜਾਇਆ ਕਰਨਗੀਆਂ, ਅਨਲਿਮਿਟਿਡ ਨੰਬਰ ਆਫ ਫਲਾਈਟਸ, ਭਲਾਂ ਦੀ ਟੋਰਾਂਟੋ ਹੋਵੇ, ਵੈਂਕੂਵਰ ਹੋਵੇ ਜਾਂ ਅਲਬਰਟਾ ਦੇ ਵਿੱਚ ਵੀ ਹੋ ਸਕਦੀਆਂ ਨੇ। ਪਰ ਉਹਨਾਂ ਨੇ ਪੰਜਾਬ ਵਿੱਚੋਂ ਜਮਾ ਹੀ ਛੱਡਤਾ, ਕੰਪਲੀਟਲੀ ਛੱਡਤਾ। ਚਾਹਤਾ ਨਾ ਕੋਈ ਇੱਕ ਸ਼ਹਿਰ ਦੀ ਗੱਲ ਕਰੀਏ ਆਪਾਂ ਵੀ ਚਲੋ ਇੱਕ ਸ਼ਹਿਰ ਪਾਤਾ ਦੂਜੇ ਸ਼ਹਿਰ ਨਹੀਂ ਪਾਇਆ, ਦੈਟਸ ਡਿਫਰੈਂਟ, ਪਰ ਪੰਜਾਬ ਨੂੰ ਜਮਾ ਹੀ ਵਿੱਚੋਂ ਛੱਡਤਾ। ਐਂਡ ਸੋ ਦੈਟਸ ਵੈਰੀ ਕੰਸਰਨਿੰਗ ਟੂ ਮੀ। ਤੇ ਮੈਨੂੰ ਇਹ ਲੱਗਿਆ ਵੀ ਈਵਨ ਜੇ ਤੁਸੀਂ ਸੋਚਦੇ ਹੋ ਵੀ ਚਲੋ ਬਿਜ਼ਨਸ ਡਿਸੀਜਨ ਹੋਣਾ ਚਾਹੀਦਾ, ਬਿਕਾਜ਼ ਆਬਵੀਅਸਲੀ ਥੀਸ ਆਰ ਬਿਜ਼ਨੈਸਿਸ ਦੈਟ ਵੀਆਰ ਡੀਲਿੰਗ ਵਿਦ, 에ਅਰਲਾਈਨਸ ਆਰ ਬਿਜ਼ਨੈਸਿਸ। ਪਰ ਜੇ ਆਪਾਂ ਦੇਖਦੇ ਹਾਂ ਵੀ ਪਾਪੂਲੇਸ਼ਨ ਕੈਨੇਡਾ ਦੇ ਵਿੱਚ ਇੰਡੀਆ ਤੋਂ ਜਿਹੜੇ ਆਏ ਹੋਏ ਨੇ ਜਾਂ ਇੰਡੀਆ ਨਾਲ ਜਿਹੜੇ ਕਨੈਕਟਡ ਨੇ, ਉਹ ਜ਼ਿਆਦਾ ਪਰਸੈਂਟੇਜ ਦੇ ਹਿਸਾਬ ਨਾਲ ਪੰਜਾਬ ਤੋਂ ਜ਼ਿਆਦਾ ਪੰਜਾਬ ਤੇ ਜਾਂਦੇ ਆ। ਸੋ ਵਾਈ ਪੰਜਾਬ ਨੂੰ ਵਿੱਚੋਂ ਕਾਹਤੋਂ ਛੱਡਿਆ ਗਿਆ, ਇਹ ਆਨਸਰ ਹਲੇ ਕੋਈ ਨਹੀਂ ਮਿਲ ਰਿਹਾ ਲਿਬਰਲ ਗਵਰਨਮੈਂਟ ਤੋਂ। ਸੋ ਅਸੀਂ ਡਾਇਰੈਕਟਲੀ 에ਅਰ ਕੈਨੇਡਾ ਨੂੰ ਐਂਡ 에ਅਰ ਇੰਡੀਆ ਨੂੰ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਕੈਨੇਡਾ ਤੋਂ ਪੰਜਾਬ ਤੱਕ ਅੰਮ੍ਰਿਤਸਰ ਮੋਸਟ ਲਾਈਕਲੀ ਤੁਸੀਂ ਡਾਇਰੈਕਟ ਫਲਾਈਟ ਸ਼ੁਰੂ ਕਰੋ। ਸੋ ਉਹ ਅਸੀਂ ਰਲ ਕੇ ਮਾਈਸੈਲਫ, ਜਸਰਾਜ ਸਿੰਘ ਹੱਲਨ, ਬ੍ਰੈਡ ਵਿਸ ਜਿਹੜੇ ਐਬਟਸਫੋਰਡ ਦੇ ਮੈਂਬਰ ਆਫ ਪਾਰਲੀਮੈਂਟ ਨੇ, ਤੇ ਜਿਹੜੇ ਸਾਡੇ ਟਰਾਂਸਪੋਰਟੇਸ਼ਨ ਕ੍ਰਿਟਿਕ ਨੇ, ਉਹਨਾਂ ਨੇ ਮਾਰਕ ਸਟਰॉल, ਅਸੀਂ ਰਲ ਕੇ ਲੈਟਰ ਲਿਖੀ ਆ to these airlines ਵੀ ਤੁਸੀਂ ਸਾਡੇ ਲਿਸਟ ਰਿਕੁਐਸਟ ਕਰੋ ਵੀ ਸ਼ੁਰੂ ਕਰੋ, ਨਹੀਂ ਤਾਂ ਸਾਨੂੰ ਦੱਸੋ ਕੀ ਗੱਲ ਆ, ਕਾਹਤੋਂ ਨਹੀਂ ਹੋ ਸਕਦਾ, ਪੰਜਾਬ ਵਿੱਚੋਂ ਕਾਹਤੋਂ ਛੱਡਿਆ ਗਿਆ। ਔਰ ਟਿਮ ਕੋਈ ਪਾਰਲੀਮੈਂਟਰੀ ਲੈਵਲ ਤੇ ਵੀ ਤੁਸੀਂ ਕੋਈ ਮੰਗ ਉਠਾਓ ਔਰ ਕੋਈ ਮਿਨਿਸਟਰ ਨਾਲ ਗੱਲਬਾਤ ਹੋਈ, ਉਹਦੇ ਆਫਿਸ ਨਾਲ ਤੁਹਾਡੀ ਕੋਈ ਕੋਰਸਪੋਂਡੈਂਸ ਹੋਈ ਹੋਵੇ, ਉੱਥੋਂ ਕੋਈ ਆਨਸਰ ਆਇਆ ਹੋਵੇ? ਉਸ ਚੀਜ਼ ਤੇ ਹਲੇ ਕੋਈ ਆਨਸਰ ਨਹੀਂ ਆਇਆ। ਉਹ ਕੋਸ਼ਿਸ਼ ਕਰਦੇ ਹਾਂ ਵੀ ਟਰਾਂਸਪੋਰਟੇਸ਼ਨ ਮਿਨਿਸਟਰ ਅਗਰਾਵਰਾ ਤੋਂ ਕੋਈ ਆਨਸਰ ਆਵੇ ਵੀ ਕਾਹਤੋਂ ਵਿੱਚੋਂ ਛੱਡਿਆ ਗਿਆ, ਪਰ ਅਨਫੋਰਚੂਨੇਟਲੀ ਹਲੇ ਤੱਕ ਕੋਈ ਆਨਸਰ ਨਹੀਂ ਆਇਆ। ਅੱਛਾ, ਪਹਿਲਾਂ ਇਹ ਇਸ਼ੂ ਲੈਂਦਾ ਰਿਹਾ, ਪਹਿਲਾਂ ਐਕਸਕਿਊਜ਼ ਇਹ ਦਿੱਤਾ ਜਾਂਦਾ ਸੀਗਾ ਕਿ ਪੰਜਾਬ ਉਹਦੇ ਵਿੱਚ ਹੈ ਨਹੀਂ। ਜਿਹੜੀ ਪੁਰਾਣੀ ਲਿਸਟ ਸੀ ਜਿਹੜੇ 에ਅਰਪੋਰਟ ਇੰਡੀਆ ਦੇ ਅਪਰੂਵਡ ਸੀ, ਉਹਦੇ 'ਚ ਕਹਿੰਦੇ ਸੀ ਪੰਜਾਬ ਨਹੀਂ ਹੈ, ਪਰ ਬਾਅਦ 'ਚ ਪਤਾ ਲੱਗਾ ਕਿ ਨਹੀਂ 6+2 ਪੰਜਾਬ ਸ਼ਾਮਲ ਕੀਤਾ ਜਾ ਸਕਦਾ ਸੀ। ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ ਜਾਂਦੀ ਰਹੀ ਆ ਉਸ ਵੇਲੇ ਦੇ ਐਮਪੀਜ਼ ਵੱਲੋਂ ਜਾਂ ਸਰਕਾਰ ਵੱਲੋਂ। ਪਹਿਲਾਂ ਹੁਣ ਜਦੋਂ ਸਮਝੌਤਾ ਕਰਨ ਦੀ ਵਾਰੀ ਆਈ, ਤੁਸੀਂ ਠੀਕ ਦੱਸਿਆ ਕਿ ਹੁਣ ਉਹਨੂੰ ਪੰਜਾਬ ਨੂੰ ਵਿੱਚੋਂ ਕੱਢ ਦਿੱਤਾ ਗਿਆ ਹੈ, ਜਦਕਿ ਆਪਣੇ ਕੋਲ 2 ਉੱਥੇ ਇੰਟਰਨੈਸ਼ਨਲ 에ਅਰਪੋਰਟਸ ਨੇ, ਮੋਹਾਲੀ ਵਾਲਾ ਵੀ ਔਰ ਅੰਮ੍ਰਿਤਸਰ ਵਾਲਾ ਵੀ। ਤਾਂ ਹੁਣ ਜਿਹੜਾ ਜ਼ੋਰ ਹੈ ਆਪਣਾ ਬੀਇੰਗ ਕੈਨੇਡੀਅਨ, ਉਹ ਤੇ ਆਪਣੀ 에ਅਰਲਾਈਨ ਤੇ ਹੈ, 에ਅਰ ਕੈਨੇਡਾ ਤੇ। ਔਰ ਉਹਨਾਂ ਦਾ ਬਾਰ-ਬਾਰ ਕੋਈ ਬਹੁਤਾ ਲੇਮ ਐਕਸਕਿਊਜ਼ ਇਹੀ ਹੁੰਦਾ ਜੀ ਕਿ ਬਿਜ਼ਨਸ ਕਲਾਸ ਦੀਆਂ ਸੀਟਾਂ ਨਹੀਂ ਸੀ ਭਰਦੀਆਂ। ਪੁਰਾਣਾ ਜ਼ਮਾਨਾ ਚਲਾ ਗਿਆ, ਹੁਣ ਇੰਨੀ ਜ਼ਿਆਦਾ ਟ੍ਰੈਫਿਕ ਵੱਧ ਚੁੱਕੀ ਹੈ, ਤੁਸੀਂ ਟਰਾਈ ਤੇ ਕਰੋ। ਇੱਕੋ ਐਕਸਕਿਊਜ਼ ਦੇਈ ਜਾਂਦੇ ਬਾਰ-ਬਾਰ ਕਿ ਜੀ ਬਿਜ਼ਨਸ ਕਲਾਸ ਦੀਆਂ ਸੀਟਾਂ ਖਾਲੀ ਜਾਂਦੀਆਂ ਸੀ, ਸਾਨੂੰ ਇਕਨੋਮਿਕਲੀ ਵਾਰਾ ਨਹੀਂ ਸੀ ਖਾਂਦਾ। ਤਾਂ 에ਅਰ ਕੈਨੇਡਾ ਵੀ ਕੋਈ ਬਹੁਤਾ ਇਨੀਸ਼ੀਏਟਿਵ ਲੈ ਨਹੀਂ ਰਿਹਾ, ਦਿਲਚਸਪੀ ਨਹੀਂ ਲੈ ਰਿਹਾ। ਤੇ ਦੇਖੋ ਹਲੇ ਤੱਕ ਲੈਟਰ ਅਸੀਂ ਲਾਸਟ ਵੀਕ ਹੀ ਲਿਖੀ ਹੈ, ਸੋ ਕੋਈ ਰਿਸਪੌਂਸ ਨਹੀਂ ਆਇਆ। ਅਸੀਂ ਵੀ ਫਾਲੋ ਅਪ ਕਰਾਂਗੇ ਮੀਟਿੰਗ ਦੇ ਨਾਲ, ਸਪੈਸ਼ਲੀ 에ਅਰ ਕੈਨੇਡਾ ਦੇ ਨਾਲ। ਕੋਈ ਡਾਊਟ ਨਹੀਂ ਵੀ ਇਸ ਚੀਜ਼ ਦੇ ਵਿੱਚ ਪੋਲਿਟਿਕਸ ਜ਼ਰੂਰ ਚੱਲਦੀ ਹੈ, ਭਲਾਂ ਦੀ ਇੰਡੀਆ ਵੱਲੋਂ ਹੋ ਸਕਦੀ ਹੈ ਜਾਂ ਇੱਧਰ ਕੈਨੇਡਾ ਵੱਲੋਂ ਹੋ ਸਕਦੇ ਆ। ਪਰ ਬੜੀ ਹੈਰਾਨੀ ਵਾਲੀ ਗੱਲ ਆ ਵੀ ਜਦੋਂ ਪੂਰੀ ਬਹਿ ਕੇ ਅਗਰੀਮੈਂਟ ਬਣੀ ਆ, this wasn't something that was just done overnight. Obviously ਇਸ ਚੀਜ਼ ਦੀ ਡਿਸਕਸ਼ਨ ਹੋਈ ਆ, ਇਹਨਾਂ ਨੇ ਅਗਰੀਮੈਂਟ ਬਣਾਈ ਆ, ਪਰ ਜਿੱਥੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਆ ਪੰਜਾਬ ਤੋਂ, ਉਹ ਜਮੇ ਵਿੱਚੋਂ ਛੱਡਿਆ ਗਿਆ। So I'm very surprised that happened. ਉਸ ਵੇਲੇ ਇਹਨਾਂ ਨੇ ਕੀ ਉਦੋਂ ਕਾਹਤੋਂ ਪਰਸੂ ਨਹੀਂ ਕੀਤਾ, ਕੀ ਉਦੋਂ ਕਾਹਤੋਂ ਇਹਨਾਂ ਨੇ ਇਸ ਚੀਜ਼ ਤੇ ਪ੍ਰੈਸ਼ਰ ਨਹੀਂ ਪਾਇਆ 에ਅਰਲਾਈਨਸ ਦੇ ਨਾਲ ਜਾਂ ਉਸ ਤੇ ਸਰਕਾਰ ਦੇ ਨਾਲ ਵੀ ਪੰਜਾਬ ਵਿੱਚੋਂ ਕਾਹਤੋਂ ਇਨਕਲੂਡ ਨਹੀਂ ਕੀਤਾ। ਔਰ ਦੂਸਰੀ ਗੱਲ ਟਿਮ, ਇਹ ਵੀ ਅਨਫੋਰਚੂਨੇਟਲੀ ਕਹਾਂਗੇ ਕਿ 에ਅਰ ਇੰਡੀਆ ਨੇ 4, 5, 6 ਮੇਰੇ ਖਿਆਲ ਫਲਾਈਟਸ ਜਿਹੜੀਆਂ ਪਿਛਲੇ ਸਮੇਂ 'ਚ ਸ਼ੁਰੂ ਕੀਤੀਆਂ, ਨਵੇਂ ਜਹਾਜ਼ ਖਰੀਦੇ ਆ, ਉਹਨਾਂ ਨੇ ਮੋਰ ਔਰ ਲੈਸ ਸਾਰੀਆਂ ਫਲਾਈਟਸ ਜਿਹੜੀਆਂ ਉਹ ਵੱਖ-ਵੱਖ ਡੈਸਟੀਨੇਸ਼ਨ ਤੋਂ US ਨੂੰ ਕਈ ਹੋਰ ਡੈਸਟੀਨੇਸ਼ਨ ਸ਼ੁਰੂ ਕੀਤੀਆਂ। ਉਹਦੇ 'ਚ ਉਹਨਾਂ ਨੇ ਕਿਤੇ ਵੀ ਕੈਨੇਡਾ ਨੂੰ ਇਹ ਫਲਾਈਟ ਐਡ ਨਹੀਂ ਕੀਤੀ। ਹਾਂਜੀ, ਉਹ that I agree, that was a big concern ਵੀ ਕੈਨੇਡਾ ਨੂੰ ਵਿੱਚ ਇੰਕਲੂਡ ਕਰਨਾ ਚਾਹੀਦਾ। ਜੇ ਦੇਖਿਆ ਜਾਵੇ ਆਪਣੇ ਪੰਜਾਬ ਦੇ ਐਂਡ ਆਊਟਸਾਈਡ ਆਫ ਪੰਜਾਬ, ਜਿਸ ਵੀ ਰਲ ਕੇ ਕਹਿੰਦੇ, ਆਈ ਥਿੰਕ we're the largest population outside of India, so ਕੋਈ ਸੈਂਸ ਜੀ ਬਣਦੀ ਨਹੀਂ ਗੀ।
but I think that's why ਅਸੀਂ put it on paper, letter ਲਿਖ ਕੇ and trying to get answers. ਠੀਕ ਹੈ ਜੀ, ਥੈਂਕ ਯੂ ਸੋ ਮਚ। ਔਰ ਇਹਨੂੰ ਲੌਬੀ ਕਰਦੇ ਰਹਿਣਾ ਚਾਹੀਦਾ ਹੈ, ਸਾਹਰ ਪੱਧਰ ਤੇ ਕਰਨਾ ਚਾਹੀਦਾ ਹੈ। ਔਰ ਅਸੀਂ ਜਿੰਨੇ ਵੀ ਸਾਡੇ ਲਿਸਨਰ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਆ, ਦੇਖ ਰਹੇ ਆ, ਤੁਹਾਨੂੰ ਵੀ ਕਹਾਂਗੇ ਆਪੋ ਆਪਣੇ ਐਮਪੀਜ਼ ਨੂੰ ਅਪਰੋਚ ਕਰੋ ਔਰ ਲੈਟਰਸ ਲਿਖੋ, ਅਪਰੋਚ ਕਰੋ, ਦੱਸੋ, ਕਿਉਂਕਿ ਇਹ ਬੜੀ ਵੱਡੀ ਹੈਜ਼ਰਡ ਹੈ ਜਦੋਂ ਬੰਦਾ ਕੋਈ ਪੰਜਾਬ ਤੋਂ ਚੱਲ ਕੇ 8 ਘੰਟੇ 10 ਘੰਟੇ ਆਂਦਾ ਪਹੁੰਚਦਾ। ਹਰਿਆਣੇ ਤੋਂ ਲੰਘਣਾ ਵੀ ਖਤਰਾ ਹੈ, ਕਈ ਤਰ੍ਹਾਂ ਦਾ ਹਾਈਵੇਜ਼ ਉੱਤੇ ਟਰੈਵਲ ਕਰਨਾ ਬੜਾ ਖਤਰਾ ਹੈ। ਔਰ ਫਿਰ ਬੰਦਾ ਥੱਕ ਜਾਂਦਾ, ਅੱਗੇ ਆ ਕੇ ਫਿਰ 14 15 16 ਘੰਟੇ ਤੁਸੀਂ ਫਲਾਈਟ 'ਚ ਗੁਜ਼ਾਰਨੇ ਹੁੰਦੇ ਆ। तो जिस तरह इन्होंने दस्या है कि इन्नी ज़्यादा ट्रैफिक जो परसेंटेज वाइज देखा जाए तो जी ट्रैफिक आ रही है वह वड्डा हिस्सा जोड़ा इंडिया और कैनेडा के दरम्यान जी ट्रैवल लोग करते हैं वो पंजाब तो है, लागले जोड़े पंजाब के इलाके हैं उन्होंने तो भी है। तो इस करके ये क्यों बार बार जस्टिफिकेशन भी है, डिमांड भी है, फिर की कोई गौरमेंट आपस प्ले कर रहे हैं, कोई पॉलिटिक्स है, ये समझ तो बाहर है गल। बट होप करते हैं कि जिन्ना ये प्रैशर बिल्ड हो रहा है जल्दी ये बारे कोई ना कोई डिसीजन लिया जाएगा, लेकिन ये लड़ाई जी है वो जारी रहनी चाहिए। टिम तुम जान तो पहला कोई दसना चाहो, पीयर पॉलीवर हुण लीडर बने हैं और मेरे ख्याल आउटरीच कर रहे हैं वख-वख एथनिक कम्यूनिटीज़ नूं भी। तो ये हमेशा एक जी गल चर्चा च रहिंदी है कि कंजरवेटिव पार्टी जी है वो एथनिक जी कम्यूनिटी के लोग ने, नवे आए हुए जो इमीग्रेंट्स ने, न्यू कैनेडियंस ने, उन्होंने तक अप्रोच नहीं करती उन्नियां। और ਜਿਹੜੀਆਂ भी राइडिंग्स ने, चाहे वो फिर GTA ਹੋਣ, ਅੰਟਾਰੀਓ 'ਚ ਹੋਣ, ਚਾਹੇ ਬ੍ਰਿਟਿਸ਼ ਕੋਲੰਬੀਆ 'ਚ ਹੋਣ, ਵੱਖ-ਵੱਖ ਥਾਵਾਂ ਤੇ ਹੋਣ, ਉੱਥੇ ਉਹਨਾਂ ਦਾ ਜਿਹੜੀ ਪਰਫਾਰਮੈਂਸ ਹੈ ਉਹ ਹਮੇਸ਼ਾ ਹੀ ਵਧੀਆ ਨਹੀਂ ਰਹੀ, ਜਿਹਦਾ ਕਾਰਨ ਸ਼ਾਇਦ ਇਹੀ ਹੈ ਕਿ 100 110 120 ਸੀਟਾਂ ਤੇ ਆ ਕੇ ਪਾਰਟੀ ਸਿਮਟ ਜਾਂਦੀ ਹੈ ਹਰ ਵਾਰ। तो ਜਿਹੜੀਆਂ ਬਾਕੀ 40 50 ਸੀਟਾਂ ਹੋਰ ਨੇ ਉਹਨਾਂ ਨੂੰ ਐਡੀਸ਼ਨ ਕਰਨ ਵਾਸਤੇ ਕੀ ਕੋਈ ਹੋਰ ਉਪਰਾਲੇ, ਕੋਈ ਰਣਨੀਤੀ ਤੈਅ ਕੀਤੀ ਜਾ ਰਹੀ ਹੈ? ਤੁਸੀਂ ਉਹਨਾਂ ਦੇ ਕੀ ਮੈਂਬਰ ਹੋ ਉਹਨਾਂ ਦੀ ਟੀਮ ਦੇ? देखो जी, मैनू पीयर पॉलीवर ने डेप्यूटी लीडर भी तां ही बनाया बिकॉज उन्होंने बड़ी रिस्पैक्ट अपनी कम्यूनिटी दे विच ते बारी दूजी आउटरी जिहड़े अपने बाकी दे एथनिक कम्यूनिटीज़ ने ते असीं बड़ी वर्क कर रहे हैं। ईवन इफ यू थिंक अबाउट इट, जिहड़ी सो कंजरवेटिव पार्टी दे विच इस वेले पीयर पॉलीवर तो बाद मैनू डेप्यूटी लीडर बनाया ते जिहड़ा साडा शैडो क्रिटिक ने फॉर फाइनेंस क्रिटिक फॉर फाइनेंस वो जसराज सिंह हल्दना। सो दोने पोजिशन जी कह लो भी बड़ी सीनियर पोस्ट ने कंजरवेटिव पार्टी दे विच वो अपने, एंड सो दैट मेक्स अ बिग डिफरेंस। असी वर्क कर रहे हैं कम्यूनिटीज़ दे विच, पर यह है भी अगे नालों बहुत ज़्यादा फर्क है जी। देखो लोग हुण कह लो भी they're pretty sick and tired of what's happening लिबरल्स दे नाल गवर्नमेंट दे विच। जिन्नी हुण महंगाई हो गई, जिन्नी इन्फ्लेशन हुई हुई है, लोग बहुत ज्यादा सारा कुछ महंगा हो रहा, एंड दिस इज ऑल हैपनिंग बिकॉज लिबरल्स ने पहला जिन्ना पैसा इन्होंने वंडिया वा। इट्स वन थिंग टू स्पेंड ऑन कोविड, असी ये नहीं कहते भी कोविड से नहीं पैसे स्पेंड करो, असी उदों अग्री किया, इन्हां नाल वोट भी पाई है भी कोविड के वेले जो किसी हेल्प की लोड़ सी, रेंट पे करन, मोरगेज पे करन, उस 3 4 5 6 महीने लिए तुसीं हेल्प करो, दैट्स फाइन, बिजनेस नूं भी हेल्प हुई है। पर इन्हां ने $200 बिलियन खर्चा किया दैट हैड नथिंग टू डू विद कोविड। पार्लियामेंटरी बजट ऑफिसर वो कहते हैं भी 40% इन्हां दी स्पेंडिंग कोविड तो बगैर सी एट द टाइम ऑफ कोविड। सो ये कहते भी असीं कोविड करके खर्चा इन्ना वधाया वा, पर 40% स्पेंडिंग कोविड दे ते कोई रिजल्ट है नहीं सी। सो इस वाधू स्पेंडिंग करके हुण इन्फ्लेशन इन्ना होया वा ते सो हुण कनेडियंस नूं भुगतान पै गया। जिहड़ी हुण इंटरेस्ट रेट वध रही है ये इन्फ्लेशन करके वध रही है। जिहड़ी लोकां नूं हुण मोरगेज आपदी पे करनी औखी हो गई, ये तां होई आ बिकॉज जस्टिन ट्रूडो ते लिबरल्स ने इन्ना ज्यादा फालतू खर्चा किया, हरेक चीज महंगी हो गई, ग्रोसरी महंगी हो गई। कैन यू बिलीव कैनेडा दे विच 1.5 मिलियन लोग फूड बैंक से जाना पै गया एक महीने दे विच। एक महीने दे विच कैनेडा दे विच 1.5 मिलियन लोग फूड बैंक दे गए ने। बड़ी अफसोस की गल है, कदे सोच नहीं सकते सी भी कैनेडा दे विच इन्ना माड़ा हाल हो सकता, इस तो ज्यादा भी हो सकता हुण बिकॉज हुण लोकां तो जिहड़े मोरगेजेस नहीं पे कर होंदियां, ग्रोसरी महंगी हो जाती है, हरेक चीज महंगी आ। उन्होंने हुण जिहड़ी उन्हां दी सेविंग्स ने वो फिनिश हो रहे हैं। बैंक ऑफ कैनेडा हुण कहंदे भी जिहड़ी असीं जस्टिन ट्रूडो दी इन्फ्लेशन फाइट करन लई असीं हले रेट होर वधावांगे, ਉਹਦੇ ਨਾਲ ਕਹਿੰਦੇ ਲੇਆਫਸ ਵੀ ਹੋਰ ਹੋਣਗੇ ਤੇ ਲੋਕਾਂ ਦੇ ਬੈਂਕਰਪਸੀਆਂ ਵੀ ਹੋਣੀਆਂ ਨੇ, all because of Justin Trudeau's inflation। ਇਹ ਅਨਾਉਂਸਮੈਂਟ ਬਹੁਤ ਵਧੀਆ ਕਰਦੇ ਨੇ, ਪਰ ਜਿਹੜੇ ਅਸਲੀ ਕੰਮ ਨੇ ਉਹ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਖਰਾਬ ਕੀਤਾ ਵਾ, ਵੀ ਲੋਕਾਂ ਦੇ ਹੁਣ ਘਰ ਜਾਂਦੇ ਲੱਗਣੇ। ਇਟਸ ਵੈਰੀ ਸੈਡ ਸਿਚੁਏਸ਼ਨ। ਓਕੇ, ਅੱਜ ਸਾਡੇ ਪ੍ਰਾਈਮ ਮਿਨਿਸਟਰ ਅਪੀਅਰ ਹੋ ਰਹੇ ਆ ਸਟੈਂਡਿੰਗ ਕਮੇਟੀ ਦੇ ਅੱਗੇ ਜਿਹੜੀ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ फ्रीडम कॉनवाय ਦੇ ਵੇਲੇ ਉਸ ਵੇਲੇ ਜਿਹੜੀ ਐਮਰਜੈਂਸੀ ਲਗਾਈ ਗਈ ਉਹਦੀ ਲੋੜ ਸੀ ਕਿ ਨਹੀਂ ਸੀ।
7 ਮਿਨਿਸਟਰ ਆਲਰੇਡੀ ਕੈਬਨਿਟ ਮਿਨਿਸਟਰ ਪੇਸ਼ ਹੋ ਚੁੱਕੇ ਆ। ਕੱਲ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੀ ਪੇਸ਼ ਹੋਏ ਆ। ਬੜੀਆਂ ਸਨਸਨੀਖੇਜ ਗੱਲਾਂ ਹੁਣ ਸਾਹਮਣੇ ਆ ਰਹੀਆਂ। ਤੋ ਇਹ ਜਿਹੜੀ ਆਊਟਕਮ ਹੋਏਗੀ ਜਿਹੜੀ ਇਸ ਕਮੇਟੀ ਦੀ ਰਿਪੋਰਟ ਦੀ, ਉਹ ਕਿੰਨੀ ਕੁ ਇਫੈਕਟਿਵ ਹੋਏਗੀ? ਉਹਦੇ ਕੋਲ ਕਿੰਨੀਆਂ ਕੁ ਕਨਸਟੀਟਿਊਸ਼ਨਲ ਕੋਈ ਪਾਵਰ ਹੋਏਗੀ ਉਸ ਮੈਂਡੇਟ ਨੂੰ ਲਾਗੂ ਕਰਨ ਲਈ? ਦੇਖੋ ਜੀ, ਇਟਸ ਆਲਰੇਡੀ ਪ੍ਰੀਟੀ ਕਲੀਅਰ ਵੀ ਇਸ ਕਮੇਟੀ ਹੀਅਰਿੰਗਸ ਦੇ ਵਿੱਚ ਸੁਣ ਕੇ ਵੀ ਇਹਨਾਂ ਨੂੰ ਜਿਹੜੀ ਐਮਰਜੈਂਸੀ ਲੋਨ ਐਕਟ ਕਰਨ ਦੀ ਕੋਈ ਲੋੜ ਨਹੀਂ ਸੀ। ਠੀਕ ਆ, ਆਬਵੀਅਸਲੀ ਪ੍ਰੋਬਲਮ ਤਾਂ ਸੀਗੀ ਉੱਥੇ ਕਲੀਅਰੈਂਸ ਕਰਨ ਦੇ ਵਿੱਚ, ਪਰ ਐਮਰਜੈਂਸੀ ਐਕਟ ਤੋਂ ਬਗੈਰ ਵੀ ਕਰ ਸਕਦੇ ਸੀਗੇ। ਇਹ ਕਾਫੀ ਚਲੋ ਵੀ ਬਾਰ-ਬਾਰ ਵਿਟਨੈਸਸ ਤੋਂ ਪਤਾ ਲੱਗਦਾ ਵਾ, ਪੁਲਿਸ ਚੀਫ ਤੋਂ ਪਤਾ ਲੱਗਦਾ, ਹੋਰਾਂ ਤੋਂ ਪਤਾ ਲੱਗਦਾ। ਪਰ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਜਿਵੇਂ ਅੱਗੇ ਵੀ SNC ਲੈਵਲ ਸਕੈਂਡਲ ਸੀ, ਹੋਰ ਤਰ੍ਹਾਂ ਦੇ ਵੀ ਇਹਨਾਂ ਨੇ ਵੀ ਸਕੈਂਡਲ ਦੇ ਵਿੱਚ ਕਿੰਨੇ ਮਿਲੀਅਨ ਡਾਲਰ ਖਰਾਬ ਕੀਤੇ ਆ। ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਸਟਿਨ ਟਰੂਡੋ ਕਹਿ ਦਿੰਦਾ ਵੀ ਜਾਂ ਤਾਂ ਸੌਰੀ ਕਹਿ ਦੂਗਾ ਜਾਂ ਕਹਿ ਦੂਗਾ ਵੀ ਚਲੋ ਇਸ ਚੀਜ਼ ਤੋਂ ਆਪਾਂ ਸਿੱਖ ਸਕਦੇ ਹਾਂ, ਫਿਊਚਰ ਦੇ ਵਿੱਚ ਫਿਰ ਦੇਖਾਂਗੇ। ਸੋ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਇੰਨੀ ਜ਼ਿਆਦਾ ਕੋਈ ਫਰਕ ਪੈਣਾ। ਇਹ ਜ਼ਰੂਰ ਫਰਕ ਪਊ ਵੀ ਲੋਕਾਂ ਨੂੰ ਹੁਣ ਦੇਖਣਾ ਚਾਹੀਦਾ ਵੀ ਬਾਰ-ਬਾਰ ਇਹਨੂੰ ਜਸਟਿਨ ਟਰੂਡੋ ਆਪਾਂ ਕਾਹਦੇ ਚਾਂਸ ਦੇ ਰਹੇ ਹਾਂ। ਠੀਕ ਆ, ਇਹ ਐਮਰਜੈਂਸੀ ਐਕਟ ਦੀ ਗੱਲ ਆ, ਸਾਰਿਆਂ ਤੇ ਨਹੀਂ ਡਾਇਰੈਕਟਲੀ ਇਫੈਕਟ ਪਿਆ ਹੋਣਾ, ਪਰ ਇਹੀ ਗੱਲਾਂ, ਇਹੀ ਚੀਜ਼ਾਂ ਜਿਹੜੀ ਮਿਸਮੈਨੇਜਮੈਂਟ ਵਾਲੀ ਗੱਲ ਆ ਤੇ ਪ੍ਰੋਪਰਲੀ ਕਿਸੇ ਦੀ ਗੱਲ ਨਹੀਂ ਸੁਣਨੀ, ਉਹਦੇ ਕਰਕੇ ਹੀ ਆਪਾਂ ਹੁਣ ਇੰਨੀ ਪ੍ਰੋਬਲਮ ਚ ਪਏ ਹੋਏ ਹਾਂ ਕੈਨੇਡਾ ਦੇ ਵਿੱਚ ਇਨਫਲੇਸ਼ਨ ਦੀ ਕਰਕੇ। ਇਟਸ ਦ ਸੇਮ ਮਿਸਮੈਨੇਜਮੈਂਟ, ਇਟਸ ਦ ਸੇਮ ਕਹਿ ਲਓ ਵੀ ਇਹਨਾਂ ਨੂੰ ਜਿਹੜੀ ਗਵਰਨਮੈਂਟ ਪ੍ਰੋਪਰਲੀ ਨਹੀਂ ਰਨ ਕਰਨੀ ਹੁੰਦੀ। ਕੈਨ ਯੂ ਬਲੀਵ ਵੀ ਜਿੰਨੇ ਹੁਣ ਪਾਸਪੋਰਟਸ ਦੀ ਪ੍ਰੋਬਲਮ ਪਈ ਆ, ਹੋਰ ਤਰ੍ਹਾਂ ਦੀ PR ਕਾਰਡ ਰਿਨਿਊ ਕਰਨ ਲਈ ਪ੍ਰੋਬਲਮ ਪਈ ਆ, ਇਮੀਗ੍ਰੇਸ਼ਨ ਦੇ ਬੈਕਲੌਗ ਹੁਣ 2.5 ਮਿਲੀਅਨ ਐਪਲੀਕੇਸ਼ਨ ਤੇ ਚਲੇ ਗਏ। 2.4 million applications in immigration backlog. Basically, the company country is close to being broken. And that is what the problem is. Okay. ਮੇਰਾ ਲਾਸਟ ਕੁਐਸਚਨ ਤੁਹਾਨੂੰ ਜਾਣ ਤੋਂ ਪਹਿਲਾਂ, ਅਸੀਂ ਦੇਖਿਆ 3 ਇਲੈਕਸ਼ਨ ਨੂੰ ਮੈਂ ਬਹੁਤ ਨੇੜਿਓਂ ਵਾਚ ਕੀਤਾ। ਦੋਨੇ ਵਾਰੀ ਐਂਡਰਿਊ ਸ਼ੀਰ ਦੇ ਟਾਈਮ ਦੇ ਵਿੱਚ ਵੀ ਇਹ ਹੋਇਆ ਕਿ ਤੁਹਾਡਾ ਨੰਬਰ ਉੱਪਰ ਜਾਂਦਾ ਸੀ ਪਾਰਟੀ ਦਾ, ਔਰ ਲੱਗਦਾ ਸੀਗਾ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾ ਜਾਏਗੀ। ਲੇਕਿਨ ਇਲੈਕਸ਼ਨ ਦੇ ਨੇੜੇ ਆ ਕੇ, ਇਲੈਕਸ਼ਨ ਦੇ ਨੇੜੇ ਆ ਕੇ ਪਤਾ ਨਹੀਂ ਕੀ ਹੁੰਦਾ ਕਿ ਰਿਜ਼ਲਟ ਫਿਰ ਕੁਝ ਹੋਰ ਹੁੰਦੇ ਆ। ਐਰਨੋ ਟੂਲ ਵੇਲੇ ਵੀ ਅਸੀਂ ਇਹੀ ਦੇਖਿਆ, ਔਰ ਜਿਹੜੀ ਮੇਰੀ ਫੀਡਬੈਕ ਆ ਉਹ ਇਹੀ ਹੈ ਕਿ ਬਹੁਤੇ ਲੀਡਰ ਜਿਹੜੇ ਆ, ਚਾਹੇ ਐਂਡਰਿਊ ਸ਼ੀਰ ਸੀਗੇ ਤੇ ਚਾਹੇ ਐਰਨੋ ਟੂਲ ਸੀ, ਉਹ ਆਮ ਕੈਨੇਡੀਅਨ ਨਾਲ ਗਰਾਊਂਡ ਲੈਵਲ ਤੇ ਕਨੈਕਟ ਨਹੀਂ ਹੋ ਸਕੇ। ਤਾਂ ਉਹਦਾ ਸ਼ਾਇਦ ਪਾਰਟੀ ਨੂੰ ਵੀ ਖਮਿਆਜਾ ਭੁਗਤਣਾ ਪਿਆ। ਹੁਣ ਇਹੀ ਜਿਹੜੇ ਦੁਬਾਰਾ ਇਲੈਕਸ਼ਨ ਕਦੋਂ ਹੋਏਗਾ ਜੇ ਕਹਿਣਾ ਕੋਈ ਮੁਸ਼ਕਿਲ ਹੈ, ਲੇਕਿਨ ਜਦੋਂ ਵੀ ਇਲੈਕਸ਼ਨ ਹੁੰਦੇ ਆ, ਪੀਅਰ ਪੋਲੀਵਰ ਲੋਕਾਂ ਤੱਕ, ਆਮ ਕੈਨੇਡੀਅਨ ਤੱਕ ਪਹੁੰਚ ਸਕਣ, ਉਹ ਜਿਹੜੀਆਂ ਪਾਲਿਸੀਜ਼ ਨੇ, ਜੋ ਚੇਂਜ ਲਿਆਉਣਾ ਚਾਹੁੰਦੇ ਆ, ਲੋਕਾਂ ਤੱਕ ਗੱਲ ਪਹੁੰਚ ਸਕੇ। ਔਰ ਇਨਸ਼ੋਰ ਕਿਵੇਂ ਕਰੋ ਕਿ ਜਿਹੜੇ ਆ ਪੋਲਸ ਕਦੀ ਉੱਪਰ ਕਦੀ ਥੱਲੇ, ਕਿ ਇਹਨੂੰ ਤੁਸੀਂ ਐਕਚੁਅਲ ਬਦਲ ਸਕੋ ਵੋਟਾਂ ਦੇ ਵਿੱਚ। ਇਹਦੇ ਲਈ ਕੀ ਕੋਈ ਤਿਆਰੀ ਕਰ ਰਹੇ ਹੋ ਪਾਰਟੀ? ਦੇਖੋ ਜੀ, ਐਬਸੋਲੂਟਲੀ ਜਿਹੜੇ ਪੀਅਰ ਪੋਲੀਵਰ ਆਲਮੋਸਟ ਐਵਰੀ ਵੀਕਐਂਡ ਪਹੁੰਚ ਰਹੇ ਨੇ। ਦਿਸ ਵੀਕਐਂਡ ਵੀ ਇੱਥੇ GTA ਦੇ ਵਿੱਚ ਆ ਰਹੇ ਨੇ। He's been going and talking to people, the social media they on the ground directly with people. Pierre Poilievre the message even 1.5-2 ਸਾਲਾਂ ਤੋਂ ਇਹ ਗੱਲ ਕਰ ਰਹੇ ਨੇ ਵੀ ਇਨਫਲੇਸ਼ਨ ਦੀ ਪ੍ਰੋਬਲਮ ਆ ਜਾਣੀ ਆ। ਲੋਕਾਂ ਨੂੰ ਹੁਣ ਪਤਾ ਲੱਗਦਾ ਵੀ ਇਹ ਜਦੋਂ ਪੀਅਰ ਉਦੋਂ ਕਹਿੰਦਾ ਸੀ ਵੀ ਇਨਫਲੇਸ਼ਨ ਦੀ ਪ੍ਰੋਬਲਮ ਆ ਜਾਣੀ ਆ ਤੇ ਲਿਬਰਲਸ ਕਹਿੰਦੇ ਸੀ ਨਹੀਂ ਕੋਈ ਪ੍ਰੋਬਲਮ ਨਹੀਂ, ਇਨਫਲੇਸ਼ਨ ਨਹੀਂ ਹੋਣਾ। ਇਨਫੈਕਟ ਲਿਬਰਲਸ ਇਹ ਕਹਿੰਦੇ ਸੀਗੇ ਵੀ ਇੰਟਰਸਟ ਰੇਟ ਵੀ ਨਹੀਂ ਵਧਣੇ, ਕਹਿੰਦੇ ਵੀ 2023 ਤੋਂ ਬਾਅਦ 2024-25 ਦੇ ਵਿੱਚ ਜਾ ਕੇ ਇੰਟਰਸਟ ਰੇਟ ਵਧਣੇ ਆ, ਵੀ ਉਹਨਾਂ ਚਿਰ ਤੁਸੀਂ ਆਪਦੇ ਖਰਚੇ ਕਰ ਲਓ। ਉਹ ਗੱਲਾਂ ਗਲਤ ਸੀ ਉਦੋਂ ਦਾ ਪੀਅਰ ਪੋਲੀਵਰ ਕਹਿ ਰਿਹਾ ਵਾ, ਤੇ ਹੁਣ ਉਹ ਜਿਹੜਾ ਮੈਸੇਜ ਆ ਟੂ ਦੀ ਐਵਰੇਜ ਪਰਸਨ ਵੀ ਅਸੀਂ ਤੁਹਾਡੇ ਲਈ ਫਾਈਟ ਕਰ ਰਹੇ ਹਾਂ, ਹੁਣ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਸਹੀ ਸੀਗਾ। ਸੋ ਇਹਦੇ ਨਾਲ ਬਹੁਤ ਫਰਕ ਪੈ ਰਿਹਾ। ਜੇ ਮੈਂ ਹੁਣ ਦੇਖਿਆ ਵੀ ਇਹਨਾਂ ਦੇ ਲੀਡਰਸ਼ਿਪ ਰੇਸ ਦੇ ਵਿੱਚ, ਤੇ ਹੁਣ ਵੀ ਜਿਹੜੇ ਲੋਕ ਆ ਰਹੇ ਨੇ, ਆ ਕੇ ਗੱਲ ਕਰਦੇ ਨੇ ਜਾਂ ਕਹਿੰਦੇ ਵੀ ਅਸੀਂ ਕਦੇ ਪੋਲਿਟਿਕਸ ਵਿੱਚ ਇਨਵੋਲਵ ਨਹੀਂ ਹੋਏ ਸੀ, ਜਾਂ ਅਸੀਂ NDP ਦੇ ਸਪੋਰਟਰ ਰਹੇ ਹਾਂ ਤੇ ਹੁਣ ਅਸੀਂ ਤੁਹਾਡੇ ਨਾਲ ਆ ਗਏ, ਜਾਂ ਅਸੀਂ ਜਸਟਿਨ ਟਰੂਡੋ ਨੂੰ ਪਹਿਲਾਂ ਵੋਟ ਪਾਈ ਸੀ ਹੁਣ ਨਹੀਂ ਕਦੇ ਦੁਬਾਰੇ ਪਾਵਾਂਗੇ, ਉਹ ਲੋਕ ਬਹੁਤ ਵੱਧ ਰਹੇ ਆ ਫਰਮ ਐਵਰੀ ਕਮਿਊਨਿਟੀ, ਫਰਮ ਐਵਰੀ ਕੈਟੇਗਰੀ ਬੈਕਗਰਾਊਂਡ। ਭਲਾਂ ਦੀ ਉਹ ਬਿਜ਼ਨਸ ਵਾਲੇ ਹੋਣ, ਵਧੀਆ ਪੇ ਵਾਲੇ ਹੋਣ, ਜਾਂ ਉਹ ਐਵਰੇਜ ਜਸਟ ਮਿਡਲ ਇਨਕਮ ਅਰਨਰਸ ਨੇ ਜਿਹੜੇ ਹਾਰਡ ਵਰਕ ਕਰਦੇ ਆ, ਉਹਨਾਂ ਵੀ ਸਾਡੇ ਬਾਰੇ ਜਿਹੜੀ ਗੱਲ ਕਰਦੇ ਆ ਸਿਰਫ ਪੀਅਰ ਪੋਲੀਵਰ ਕਰ ਰਿਹਾ। ਚਲੋ ਜੀ, ਥੈਂਕ ਯੂ ਸੋ ਮਚ। ਔਰ ਇਲੈਕਸ਼ਨ ਕਦੋਂ ਆ ਹਜੇ ਕਹਿਣਾ ਮੁਸ਼ਕਿਲ ਹੈ, ਲੇਕਿਨ ਐਜ਼ ਏ ਆਪੋਜੀਸ਼ਨ ਲੀਡਰ, ਔਰ ਉਹ ਵੀ ਤੁਹਾਨੂੰ ਬੜਾ ਵੱਡਾ ਰੁਤਬਾ ਡਿਪਟੀ ਲੀਡਰ ਦਾ ਮਿਲਿਆ ਹੋਇਆ ਹੈ, ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵਧੀਆਂ ਹੋਈਆਂ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਇਹੀ ਆਪਣੀ ਕਮਿਊਨਿਟੀ ਵੱਲੋਂ ਅਪੀਲ ਕਰਾਂਗਾ ਕਿ ਜਿਹੜਾ ਤੁਸੀਂ ਅੰਮ੍ਰਿਤਸਰ ਨੂੰ ਜਿਹੜੀ ਫਲਾਈਟ ਦਾ ਮੁੱਦਾ ਚੁੱਕਿਆ ਹੈ, ਇਹ ਬਹੁਤ ਅਹਿਮ ਹੈ ਇਸ ਵੇਲੇ ਸਾਰੇ ਆਪਣੇ ਭਾਈਚਾਰੇ ਲਈ, ਔਰ ਇਹਨੂੰ ਸਟਰੋਂਗਲੀ ਚੁੱਕੋ ਔਰ ਇਹਨੂੰ ਕਿਸੇ ਨਾ ਕਿਸੇ ਰਿਜ਼ਲਟ ਲਿਆ ਕੇ ਦਿਓ। Absolutely ਜੀ, ਥੈਂਕ ਯੂ ਐਂਡ ਥੈਂਕ ਯੂ। ਤੁਸੀਂ ਸਾਰੇ ਆਪਣੇ ਕੈਨੇਡੀਅਨਸ ਤੱਕ ਇਹ ਗੱਲ ਪਹੁੰਚਾਉਂਦੇ ਹੋ, ਦੈਟਸ ਵੈਰੀ ਇੰਪੋਰਟੈਂਟ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।